ਤੁਸੀਂ ਸੱਜੀ ਅੱਖ ਦੇ ਨਾਲ ਮੈਨੂੰ ਅੱਖ ਮਾਰ ਦਿਓ। ਪ੍ਰਧਾਨ ਸਾਹਿਬ ਮਤਾ ਪਾਸ ਹੋ ਗਿਆ ਖਾਲਿਸਤਾਨ ਦਾ। ਜਿਹੜੀ ਅੱਜ ਇੱਥੇ ਬੈਠਕ ਹੈ ਇਹ ਤਾਂ ਹੀ ਬੈਠਕ ਹੈ ਕਿ ਪਾਕਿਸਤਾਨ ਦੇ ਵਿੱਚ ਅੱਜ ਸਿੱਖ ਮੁਸਲਮਾਨ ਦੇ ਗੁਲਾਮ ਹੈ ਤੇ ਇੰਡੀਆ ਦੇ ਵਿੱਚ ਅਸੀਂ ਹਿੰਦੂ ਦੇ ਗੁਲਾਮ ਹੈ। ਕਿ ਜਿਹੜਾ 1946 ਦਾ ਖਾਲਿਸਤਾਨ ਦਾ ਮਤਾ ਹੈਗਾ SGPC ਦਾ, ਉਸ ਨੂੰ ਫਿਰ ਆਪਾਂ ਹਰਾ ਕਰੀਏ ਔਰ ਆਪਣਾ ਪ੍ਰੋਗਰਾਮ ਬਣਾਈਏ। ਜਿਵੇਂ ਕੋਇਲ ਪੰਛੀ ਕਾਵਾਂ ਦੇ ਆਲਣੇ ਦੇ ਵਿੱਚ ਆਪਣੇ ਆਂਡੇ ਦੇ ਦਿੰਦਾ ਤੇ ਕਾਂ ਬੱਚੇ ਕੱਢਦੇ ਹੈ ਕਿ ਅਸੀਂ ਕੋਇਲ ਪੰਛੀ ਬਣ ਗਏ ਕਿ ਤਾਕਤ ਸਾਡੇ ਵਿੱਚ ਆਉਂਦੀ ਹੈ ਤੇ ਅਸੀਂ ਅਗਲਿਆਂ ਨੂੰ ਦੇ ਦਿੰਦੇ ਹਾਂ। ਸਾਨੂੰ 1947 ਤੋਂ ਬਾਅਦ ਮੰਗਤੇ ਬਣਾਤਾ ਕਿ ਅਸੀਂ ਸਿੱਖ ਕੁਰਬਾਨੀ ਕਰਨ ਤੋਂ ਬਾਅਦ ਫੈਸਲੇ ਕਰਦੇ ਹਾਂ ਕਿ ਸਾਡੀ ਮੰਗ ਕੀ ਹੈ। ਸਤਿਕਾਰਯੋਗ ਪੰਥ ਦੇ ਮਹਾਨ ਜਥੇਦਾਰ ਸਾਹਿਬਾਨ, ਬੀਬੀ ਸਾਹਿਬਾਨ, ਪ੍ਰਧਾਨ ਸਾਹਿਬ SGPC ਦੇ, ਨਿਮਰਤਾ ਸਾਹਿਬ, ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਵਿੱਚ ਬੰਦੀ ਅੱਜ ਦੀ ਦਿਹਾੜੀ ਨਹੀਂ ਬਣੇ। ਗੁਰੂ ਨਾਨਕ ਸਾਹਿਬ ਨੂੰ ਵੀ ਬਾਬਰ ਨੇ ਕੈਦ ਕੀਤਾ ਸੀਗਾ, ਪਰ ਉਹਨਾਂ ਦੀ ਰਿਹਾਈ ਹੋਈ ਸੀਗੀ। ਅਸੀਂ ਜ਼ਿਕਰ ਕੀਤਾ ਨੌਵੇਂ ਪਾਤਸ਼ਾਹ ਦਾ, ਜਿਨ੍ਹਾਂ ਨੇ ਹਿੰਦੂ ਧਰਮ ਦੇ ਉੱਤੇ ਵੱਡਾ ਪਰਉਪਕਾਰ ਕੀਤਾ, ਜਿਹੜਾ ਖੁਦ ਜਨੇਊ ਨਹੀਂ ਸੀ ਪਹਿਨਦੇ, ਪਰ ਜੋ ਔਰੰਗਜ਼ੇਬ ਬਾਦਸ਼ਾਹ ਹਿੰਦੂਆਂ ਦਾ ਜਨੇਊ ਲਾ ਕੇ ਜਿੰਨਾ ਚਿਰ ਸਵਾ ਮਨ ਜਨੇਊ ਨਹੀਂ ਸੀ ਤੋਲਦਾ, ਉਨਾ ਚਿਰ ਉਹ ਆਪਣਾ ਪ੍ਰਸ਼ਾਦਾ ਨਹੀਂ ਸੀ ਛਕ ਸਕਦਾ। ਇਹੋ ਜਿਹੀਆਂ ਚੀਜ਼ਾਂ ਸਾਡੇ ਹਾਕਮਾਂ ਨੂੰ ਯਾਦ ਹੁੰਦੀਆਂ, ਪਰ ਛੇਵੇਂ ਪਾਤਸ਼ਾਹ ਦੀ ਜਦੋਂ ਰਿਹਾਈ ਹੋਈ ਗਵਾਲੀਅਰ ਦੇ ਕਿਲੇ ਤੋਂ, ਉਹਨਾਂ ਨੇ ਵੀ ਜਹਾਂਗੀਰ ਬਾਦਸ਼ਾਹ ਨੂੰ ਕਿਹਾ ਕਿ ਮੈਂ ਰਿਹਾਈ ਨਹੀਂ ਲੈਣੀ ਜਿੰਨਾ ਚਿਰ 52 ਹਿੰਦੂ ਰਾਜੇ ਮੇਰੇ ਨਾਲ ਰਿਹਾ ਨਹੀਂ ਕਰੇਗਾ। ਜਹਾਂਗੀਰ ਬਾਦਸ਼ਾਹ ਨੇ ਮਹਾਰਾਜ ਦਾ ਹੁਕਮ ਮੰਨਿਆ ਔਰ ਉਹ 52 ਹਿੰਦੂ ਰਾਜੇ ਮਹਾਰਾਜ ਦੇ ਨਾਲ ਰਿਹਾ ਕੀਤੇ। ਪਰ ਮੈਨੂੰ ਸਮਝ ਨਹੀਂ ਹੈ ਕਿ 1947 ਤੋਂ ਪਹਿਲਾਂ ਆਪਾਂ ਕਹਿੰਦੇ ਹਾਂ ਕਿ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ। ਕਿ ਅਸੀਂ ਸਿੱਖ ਕੁਰਬਾਨੀ ਕਰਨ ਤੋਂ ਬਾਅਦ ਫੈਸਲੇ ਕਰਦੇ ਹਾਂ ਕਿ ਸਾਡੀ ਮੰਗ ਕੀ ਹੈ। ਕੁਰਬਾਨੀਆਂ ਕਰਨ ਦੇ ਨਾਲ ਅੰਗਰੇਜ਼ ਇੱਥੋਂ ਚਲਿਆ ਗਿਆ 1947 ਦੇ ਵਿੱਚ, ਤੇ ਰਾਜ ਕਿਹਨੂੰ ਮਿਲਿਆ? ਸਾਡੇ ਹਿੰਦੂ ਭਰਾ ਨੂੰ ਤੇ ਮੁਸਲਮਾਨ ਭਰਾ ਨੂੰ। ਮੁਸਲਮਾਨ ਨੂੰ ਪਾਕਿਸਤਾਨ, ਹਿੰਦੂ ਨੂੰ ਇੰਡੀਆ। ਜਿਹੜੀ ਅੱਜ ਇੱਥੇ ਬੈਠਕ ਹੈ ਇਹ ਤਾਂ ਹੀ ਬੈਠਕ ਹੈ ਕਿ ਪਾਕਿਸਤਾਨ ਦੇ ਵਿੱਚ ਅੱਜ ਸਿੱਖ ਮੁਸਲਮਾਨ ਦੇ ਗੁਲਾਮ ਹੈ ਤੇ ਇੰਡੀਆ ਦੇ ਵਿੱਚ ਅਸੀਂ ਹਿੰਦੂ ਦੇ ਗੁਲਾਮ ਹੈ। ਕੀ ਹੁਣ ਸਾਰੇ ਜੀਵਨਾਂ ਦੇ ਵਿੱਚ ਅਸੀਂ ਆਪਣੀ ਤਕਦੀਰ ਦਾ ਫੈਸਲਾ ਨਹੀਂ ਕਰਾਂਗੇ
ਕਿਸੇ ਹੱਥ ਦੇ ਵਿੱਚ ਫੜਾਵਾਂਗੇ। ਹੁਣ ਭੁੱਲਰ ਸਾਹਿਬ ਨੂੰ ਫਾਂਸੀ ਦੀ ਸਜ਼ਾ ਮਿਲੀ ਸੀ। 3 ਜੱਜਾਂ ਦਾ ਬੈਂਚ ਬੈਠਿਆ। ਜਿਹੜਾ ਚੀਫ ਜਸਟਿਸ, ਜਿਹੜਾ ਚੀਫ ਜੱਜ ਸੀ, ਉਹ ਮੁਸਲਮਾਨ ਸੀ। ਜਿਹੜੇ 2 ਜੱਜ ਸੀਗੇ ਹੋਰ, ਉਹ ਹਿੰਦੂ ਧਰਮ ਦੇ ਸੀਗੇ। ਜਿਹੜਾ ਮੁਸਲਮਾਨ ਧਰਮ ਦਾ ਜੱਜ ਸੀ ਸ਼ਾਹ, ਉਸ ਨੇ ਭੁੱਲਰ ਸਾਹਿਬ ਨੂੰ ਰਿਹਾ ਕਰਤਾ, ਬਿਲਕੁਲ ਰਿਹਾ ਕਰਤਾ। ਪਰ ਜਿਹੜੇ 2 ਦੂਜੇ ਜੱਜ ਸੀ, ਉਹਨਾਂ ਨੇ ਫਾਂਸੀ ਦੀ ਸਜ਼ਾ ਦਿੱਤੀ। ਚਲੋ, ਜੇ 2 ਜੱਜਾਂ ਨੇ ਫਾਂਸੀ ਦੀ ਸਜ਼ਾ ਦਿੱਤੀ ਹੈ, ਇਹ ਫੈਸਲਾ ਸਰਬਸੰਮਤੀ ਦੇ ਨਾਲ ਤਾਂ ਨਹੀਂ ਨਾ ਹੋਇਆ। ਫਿਰ ਕੈਦ ਕਰ ਦਿੰਦੇ। ਪਰ ਫਿਰ ਉਹਨਾਂ ਦੇ ਲਈ ਵੀ ਰੱਸੀ ਤਿਆਰ ਹੋ ਗਈ। ਉਸ ਵਕਤ ਅਸੀਂ ਮੈਂਬਰ ਪਾਰਲੀਮੈਂਟ ਸੀਗੇ। ਬਾਦਲ ਸਾਹਿਬ, ਢੀਂਡਸਾ ਸਾਹਿਬ, ਸ਼ਾਇਦ ਭੁੰਦਰ ਸਾਹਿਬ ਵੀ ਨਾਲ ਸੀਗੇ, ਜ਼ੋਰਾ ਸਿੰਘ ਮਾਨ ਸਾਹਿਬ, ਤੁੜ ਸਾਹਿਬ। ਅਸੀਂ ਸਾਰੇ ਅਡਵਾਨੀ ਨੂੰ ਮਿਲੇ, ਜਿਹੜਾ ਹੋਮ ਮਿਨਿਸਟਰ ਸੀਗਾ, ਅਤੇ ਉਹਨੂੰ ਕਿਹਾ ਕਿ ਭੁੱਲਰ ਸਾਹਿਬ ਨੂੰ ਫਾਂਸੀ ਨਹੀਂ ਦੇਣੀ ਚਾਹੀਦੀ। ਉਹ ਬੋਲਿਆ ਤਾਂ ਕੁਛ ਹੈ ਨਹੀਂ, ਪਰ ਉਹ ਇਸ਼ਾਰਾ ਸੀ ਉਹਦਾ ਕਿ ਮੈਂ ਤੁਹਾਡੇ ਨਾਲ ਸਹਿਮਤ ਹਾਂ। ਸੋ ਸਾਧ ਸੰਗਤ ਜੀ, ਕਿਸੇ ਦੇ ਹੱਥ ਗੁਲਾਮ ਫੜਾ ਦੇਣੀ, ਮੈਂ ਤਾਂ ਨਹੀਂ ਸਮਝਦਾ ਕਿ ਸਿੱਖ ਧਰਮ ਅਤੇ ਸਿੱਖ ਸਿਆਸਤ ਦੇ ਵਿੱਚ ਸਿਆਣਪ ਹੈਗੀ ਹੈ। ਕਿ ਸਾਡੀ ਸਿੱਖ ਕੌਮ ਇੰਨਾ ਰਾਜ ਭਾਗ ਭੁਗਤ ਕੇ ਅੱਜ ਜਿਵੇਂ ਕੋਇਲ ਪੰਛੀ ਕਾਵਾਂ ਦੇ ਆਲਣੇ ਦੇ ਵਿੱਚ ਆਪਣੇ ਆਂਡੇ ਦੇ ਦਿੰਦਾ ਹੈ ਤੇ ਕਾਂ ਬੱਚੇ ਕੱਢਦੇ ਹੈ, ਕਿ ਅਸੀਂ ਕੋਇਲ ਪੰਛੀ ਬਣ ਗਏ। ਕਿ ਤਾਕਤ ਸਾਡੇ ਵਿੱਚ ਆਉਂਦੀ ਹੈ ਤੇ ਅਸੀਂ ਅਗਲਿਆਂ ਨੂੰ ਦੇ ਦਿੰਦੇ ਹਾਂ। ਜੇ ਸਾਰੀਆਂ ਕੁਰਬਾਨੀਆਂ ਕੀਤੀਆਂ ਆਜ਼ਾਦੀ ਦੇ ਲਈ, ਅੱਜ ਮਾਫ ਕਰਨਾ, ਹੈਗੇ ਤਾਂ ਆਪਾਂ ਸਿੰਘ ਹੈ, ਪਰ ਇੱਥੇ ਹੱਥ ਟੱਡਣ ਦੇ ਲਈ ਵੀ ਬੈਠੇ ਹੈ ਕਿ ਹੁਕੂਮਤ ਦੀ ਅਸੀਂ ਬੇਨਤੀ ਕਰੀਏ, ਮੰਗ ਕਰੀਏ ਕਿ ਜਿਹੜੇ 30 ਸਾਲਾਂ ਤੋਂ ਸਿੱਖ ਤੁਸੀਂ ਬੰਦੀ ਬਣਾ ਕੇ ਰੱਖੇ ਹੈ, ਉਹ ਤੁਸੀਂ ਛੱਡਦੇ ਨਹੀਂ, ਉਹਨਾਂ ਨੂੰ ਪੇਰੋਲ ਨਹੀਂ ਦਿੰਦੇ ਹੈਗੇ। ਸੌਦੇ ਸਾਧ ਰਾਮ ਰਹੀਮ ਨੂੰ ਪੈਰੋਲ ਮਿਲ ਜਾਂਦੀ ਹੈ। ਜਿਹਨੇ ਜਬਰ ਜਨਾਹ ਕੀਤਾ, ਜਿਹਨੇ ਕਤਲ ਕੀਤੇ ਹੈ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਫਿਰ ਆਪਣਾ ਸਟੇਟਸ ਅੱਜ ਇੰਡੀਆ ਦੇ ਵਿੱਚ ਕਾਹਦਾ ਕਿ ਇਸੇ ਤਰ੍ਹਾਂ ਹੀ ਹੁਣ ਆਪਾਂ ਨੇ ਮੰਗੀ ਜਾਣਾ, ਮੰਗੀ ਜਾਣਾ। ਜੇ ਕਿਤੇ ਕਾਲ ਪੈ ਜੇ, ਉੱਥੇ ਸਿੱਖ ਦਿੰਦੇ ਹੈ, ਸੇਵਾ ਕਰਦੇ ਹੈ। ਕੋਈ ਤਕਲੀਫ ਆ ਜੇ, ਉੱਥੇ ਸੇਵਾ ਕਰਦੇ ਹੈ। ਪਰ ਸਾਨੂੰ 1947 ਤੋਂ ਬਾਅਦ ਮੰਗਤੇ ਬਣਾਤਾ। ਔਰ ਸਾਡੀ ਪਾਰਟੀ ਨੇ ਯਤਨ ਕੀਤੇ ਸੀਗੇ, ਬਰਗਾੜੀ ਦੇ ਵਿੱਚ 2018 ਦੇ ਵਿੱਚ ਮੋਰਚਾ ਲਾਇਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ 2 ਨੁਮਾਇੰਦੇ ਰੰਧਾਵਾ ਸਾਹਿਬ ਤੇ ਬਾਜਵਾ ਸਾਹਿਬ ਭੇਜੇ ਸੀਗੇ, ਔਰ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਉਹ ਬੰਦੀਆਂ ਨੂੰ ਛੱਡਣਗੇ ਤੇ ਜਿਹੜੇ ਬਰਗਾੜੀ ਦਰਬਾਰ ਸਾਹਿਬ ਦੀ ਬੇਇੱਜ਼ਤੀ ਕਰਨ ਵਾਲੇ ਸੀਗੇ, ਉਹਨਾਂ ਨੂੰ ਪਕੜਿਆ ਜਾਊਗਾ। ਥੋੜ੍ਹਾ ਜਿਹਾ ਸਾਨੂੰ ਆਰਾਮ ਮਿਲਿਆ ਉਸ ਮੋਰਚੇ ਦੇ ਵਿੱਚ। ਕਈ ਪੁਰਾਣੇ ਸਿੱਖ ਜੇਲ੍ਹਾਂ ਦੇ ਵਿੱਚੋਂ ਛੁੱਟੇ, ਕਈਆਂ ਨੂੰ ਪੈਰੋਲ ਮਿਲੇਗੀ, ਪਰ ਪੂਰਾ ਵਾਅਦਾ ਸਰਕਾਰ ਨੇ ਨਹੀਂ ਕੀਤਾ ਹੈ। ਕਿਹਾ ਸੀ
कि असी गिरफ्तार करांगे सैनी शैनी सारिਆਂ ਨੂੰ, पर जो साडे कोले गुरु ग्रंथ साहब की हाज़री ते संगत की हाज़री दे विच कैप्टन अमरिंदर सिंह ने नुमाइंदियां ने कीते, वो उन्होंने पूरे नहीं कीते हैगे। इस तो बाद फिर असी सोचा कि एक होर मोर्चा ला दीए, तो वो फिर असी अज एक होर मोर्चे दे विच बैठे हैं बरगाड़ी विखे, जिन्हों अज 314 दिन हो गए है। रोज़ गुरु दे सिख बीबियां गिरफ्तारी देन आउंदे है, ते 1 तरीक नूं जून नूं असी एक वड्डा दिन मना रहे हैं कि इन्ने दिन हो गए है साडे मोर्चे नूं, पर अजे तक बंदी सिख छुट्टे नहीं है। तो मैं तुहानूं सारिਆਂ ਨੂੰ सद्दा पत्र भेजदा है कि बरगाड़ी गुरुद्वारा साहब दे विच 1 जून नूं जरूर दर्शन दिओ, जिहदे नाल सरकार नूं कोई फर्क पवे। थोड़े दिन होए है, मैं अज आपां इंडिया के बंदियां की गल करते हैं। मैं संगरामा विखे गया सी, उत्थे भाई हरजिंदर सिंह मिलिया, जिन्हें 34 साल बरतानिया की जेल दे विच कट्टे है। ऐ नहीं कि साडे बंदी सिर्फ इंडिया दे विच है, ऑस्ट्रेलिया दे विच भी अज सिख बंदी हैगे है। सारे पासे सिख बंदी फसे पे है, पर क्यों करके जदों साडे कोले हुकूमत हुंदी है उदों आपां गल नहीं करते। संविधान की धारा 161 है, जिहदे तहत गवर्नर की पावर है कि वह बंदियां नूं छड्ड भी सकदा है, सजा भी घट कर सकदा है। असी बजनौर गवर्नर नूं मिले सीगे, ते उसने भी साडी बड़ी इमदाद की। जिन्ना कुछ होया उसने बंदी छुड़ाने शुरू किए, पर गल ये है कि जिहड़ा साडा निशाना है वो हुण टारगेट दे उत्ते नहीं वजदा, क्यों करके हुकूमत नहीं है। 1947 तो बाद आपां गुलाम है। तो प्रधान साहब नूं मैं बेनती करदा कि एक वफद फिर बनाउण, जिहड़ा मौजूदा गवर्नर है उहदे कोले भी एक याद पत्र दईए कि साडे जिहड़े भी बंदी हैगे है उन्हां नूं पूरी तरह रिहा किया जाए। जे फकर है मोदी साहब नूं लाल किले के उत्ते चढ़ के 9वें पातशाह का जन्मदिन मनाउण दा, तो मेरा मतलब है कि उन्हां नूं उही याद है कि तुहाडा जनेऊ बचाता। ते जिहड़े सिखां ने 1984 दे विच बरतानिया की फौज का, सोवियत रूस का, इंडिया की फौज का इत्थे संत जरनैल सिंह भिंडरांवालियां दे मतहत होके मुकाबला किया। 72 दिन ये तकड़ियां दुनिया दियां फौजां अंदर नहीं बढ़न दित्तियां उस योधे ने। सो साध संगत जी, उसनूं भी कदे कदे आपां याद रखीए, ਉਹਦੀ भी फोटो इस हॉल दे विच होवे। ये साडी पार्लियामेंट है, इत्थे जथेबंदी आके फैसले करती है, गुरमते करती है। और 1946 दे विच इसे दरबार दे विच सर्वसम्मति दे नाल STPC ने मता पास किया सी कि सानू खालिस्तान चाहिए। ਉਹਦੇ ਵਿੱਚ मास्टर तारा सिंह भी सी,
ਗਿਆਨੀ ਕਰਤਾਰ ਸਿੰਘ ਵੀ ਸੀ, ਨਾਗੋ ਕੇ ਸਾਹਿਬ, ਸਾਰੇ ਵੱਡੇ ਵੱਡੇ ਜਥੇਦਾਰ ਸੀਗੇ। ਇਹ ਮੈਂ ਗਪੌੜਾ ਨਹੀਂ ਮਾਰ ਰਿਹਾ, ਇਹ ਸਾਡੇ ਬਜ਼ੁਰਗਾਂ ਨੇ ਇਸ ਹਾਲ ਦੇ ਵਿੱਚ ਖਾਲਿਸਤਾਨ ਦਾ ਮਤਾ ਪਾਸ ਕੀਤਾ ਹੋਇਆ। ਹੁਣ ਮੈਂ ਜ਼ਿਆਦਾ ਤਾਂ ਨਹੀਂ ਕਹਿਣਾ ਚਾਹੁੰਦਾ, ਮੈਂ ਚਾਹੁੰਦਾ ਕਿ SGPC ਫਿਰ ਉਸ ਮਤੇ ਦੀ ਤਾਈਦ ਕਰੇ। ਸਾਡੇ ਹੱਥ ਦੇ ਵਿੱਚ ਕੁਛ ਹੋਣਾ ਚਾਹੀਦਾ। ਜੇ ਅਸੀਂ ਅਗਲੀ ਹਕੂਮਤ ਦੇ ਕੋਲੋਂ ਕੋਈ ਚੀਜ਼ ਮੰਗਣੀ ਹੈ, ਜਿਹੜਾ ਸਿੱਖ ਜੰਗਨਾਮਾ ਹੈ, ਅਸੀਂ ਸਿੱਧਾ ਦੁਸ਼ਮਣ ਦੇ ਉੱਤੇ ਹਮਲਾ ਨਹੀਂ ਕਰਦੇ। ਅਸੀਂ ਆਪਣਾ ਵਕਤ ਦੇਖ ਕੇ ਜਿੱਧਰ ਸਾਨੂੰ ਦਿਖੇ ਕਿ ਦੁਸ਼ਮਣ ਕਮਜ਼ੋਰ ਹੈ, ਉੱਥੇ ਹਮਲਾ ਕਰ ਦਿੰਦੇ ਹਾਂ। ਹੁਣ ਮੈਂ ਫਤਿਹ ਤੋਂ ਪਹਿਲਾਂ ਇੱਕ ਨਾਅਰਾ ਮਾਰੂੰਗਾ ਕਿ ਜਿਹੜਾ 1946 ਦਾ ਖਾਲਿਸਤਾਨ ਦਾ ਮਤਾ ਹੈਗਾ SGPC ਦਾ, ਉਸ ਨੂੰ ਫਿਰ ਆਪਾਂ ਹਰਾ ਕਰੀਏ ਔਰ ਆਪਣਾ ਪ੍ਰੋਗਰਾਮ ਬਣਾਈਏ। ਹੁਣ ਕਿਉਂ ਕਰਕੇ ਸਿੱਖ ਕੌਮ ਸਿੱਧਾ ਹਮਲਾ ਨਹੀਂ ਕਰਦੀ, ਮੈਂ ਜਕਾਰਾ ਬੁਲਾਊਂਗਾ, ਤੁਸੀਂ ਹੱਥ ਨਹੀਂ ਖੜੇ ਕਰਨੇ। ਹਾਂ ਦੇ ਜਵਾਬ ਦੇ ਵਿੱਚ ਮੈਂ ਇਸ ਤਰ੍ਹਾਂ ਸਾਰੇ ਦੇਖੀ ਜਾਊਂਗਾ, ਤੁਸੀਂ ਸੱਜੀ ਅੱਖ ਦੇ ਨਾਲ ਮੈਨੂੰ ਅੱਖ ਮਾਰ ਦਿਓ। ਬੋਲੇ ਸੋ ਨਿਹਾਲ। ਚਲੋ ਪ੍ਰਧਾਨ ਸਾਹਿਬ, ਮਤਾ ਪਾਸ ਹੋ ਗਿਆ ਖਾਲਿਸਤਾਨ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।